ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਕੈਨੇਡਾ ਦੇ ਨਾਲ ਜੁੜੀਆਂ ਅਹਿਮ ਤੇ ਖਾਸ ਖਬਰਾਂ ਬਾਰੇ ਕਰਾਂਗੇ ਗੱਲਬਾਤ। ਪਰ ਉਸ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 408 272 5200 2500। ਉਸ ਤੋਂ ਇਲਾਵਾ ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ, ਤਾਂ ਟੌਰਨੀ ਟਰਕੀਅਨਾਂ ਦੇ ਨਾਲ ਤੁਸੀਂ 415 909 0503 'ਤੇ ਗੱਲ ਕਰ ਸਕਦੇ ਹੋ। ਬਿਸਲਾ ਫੈਮਿਲੀ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਖਬਰਾਂ ਦੇ ਵੱਲ ਵਧੀਏ ਤੇ ਖਬਰਾਂ ਦੀ ਸ਼ੁਰੂਆਤ ਕਰੀਏ ਕੈਨੇਡਾ ਦੇ ਵਿੱਚ ਇੱਕ ਨਵੀਂ ਅਪਾਇੰਟਮੈਂਟ ਤੋਂ। ਕੈਨੇਡਾ ਸਰਕਾਰ ਨੇ ਇਸਲਾਮੋਫੋਬੀਆ ਦੇ ਨਾਲ ਨਜਿੱਠਣ ਦੇ ਲਈ, ਉਸ ਦੇ ਨਾਲ ਚਰਚਾ ਕਰਨ ਦੇ ਲਈ ਇੱਕ ਨਵਾਂ ਰਿਪਰੈਜ਼ੈਂਟੇਟਿਵ ਜਿਹੜਾ ਉਹਨੂੰ ਅਪਾਇੰਟ ਕੀਤਾ। ਤੇ ਇਸ ਰਿਪਰੈਜ਼ੈਂਟੇਟਿਵ ਦਾ ਨਾਮ ਹੈ ਅਮੀਰਾ ਅਲਗਵਾਬੀ। ਅਮੀਰਾ ਅਲਗਵਾਬੀ ਹੁਣ ਇਸ ਪੋਸਟ 'ਤੇ ਕੰਮ ਕਰਨਗੇ, ਜਿਹਦੇ ਨਾਲ ਇਹ ਕੈਨੇਡਾ ਦੀ ਪਹਿਲੀ ਅਪਾਇੰਟਮੈਂਟ ਹੈ ਜਿਹੜੀ ਕਿ ਸਪੈਸ਼ਲ ਰਿਪਰੈਜ਼ੈਂਟੇਟਿਵ ਦੇ ਤੌਰ 'ਤੇ ਅਮੀਰਾ ਅਲਗਵਾਬੀ ਇਸਲਾਮੋਫੋਬੀਆ ਦੇ ਨਾਲ ਨਜਿੱਠਣ ਦੇ ਲਈ ਕੰਮ ਕਰਨਗੇ। ਜਸਟਿਨ ਟਰੂਡੋ ਨੇ ਖੁਦ ਇਸ ਚੀਜ਼ ਦੀ ਅਨਾਊਂਸਮੈਂਟ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਹਿਊਮਨ ਰਾਈਟਸ ਐਡਵੋਕੇਟ ਅਮੀਰਾ ਅਲਗਵਾਬੀ ਨੂੰ ਅਸੀਂ ਇਹ ਜ਼ਿੰਮੇਵਾਰੀ ਦਿੰਦੇ ਹਾਂ ਕਿ ਉਹ ਇਸਲਾਮੋਫੋਬੀਆ ਦੇ ਨਾਲ ਕੈਨੇਡਾ ਦੇ ਵਿੱਚ ਨਜਿੱਠਣ ਦੇ ਲਈ ਆਪਣੀਆਂ ਕੰਮਕਾਰ, ਆਪਣੀਆਂ ਸੇਵਾਵਾਂ ਦੇਣ। ਤੇ ਨਾਲ ਹੀ ਉਹ ਕਹਿੰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਕੁਛ ਇਹੋ ਜਿਹੇ ਅਟੈਕ ਮੁਸਲਿਮ ਭਾਈਚਾਰੇ ਦੇ ਲੋਕਾਂ ਉੱਤੇ ਹੋਏ ਨੇ, ਜਿਹਦੇ ਤੇ ਕਿਹਾ ਜਾ ਸਕਦਾ ਕਿ ਉਹਨਾਂ ਦੇ ਉੱਤੇ ਜਿਹੜੇ ਅਟੈਕ ਹੋਏ ਨੇ ਉਹਦੇ ਵਿੱਚ ਜ਼ਿਆਦਾਤਰ ਅਟੈਕਸ ਜਿਹੜੇ ਕੀਤੇ ਗਏ ਨੇ ਉਹਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਚੀਜ਼ਾਂ ਨਾ ਵਾਪਰਨ, ਇਸ ਕਰਕੇ ਅਸੀਂ ਅਮੀਰਾ ਅਲਗਵਾਬੀ ਨੂੰ ਇਹ ਜ਼ਿੰਮੇਵਾਰੀ ਦੇਣ ਜਾ ਰਹੇ ਹਾਂ। ਉਹ ਕਹਿੰਦੇ ਕਿ ਕੈਨੇਡਾ ਦੀ ਜਿਹੜੀ ਸਟਰੈਂਥ ਹੈ ਉਹ ਡਾਇਵੈਸਟੀ ਦੇ ਵਿੱਚ ਆ, ਤੇ ਇਹ ਕੈਨੇਡਾ ਦੀ ਇੱਕ ਬਹੁਤ ਵੱਡੀ ਸਟਰੈਂਥ ਆ। ਜਿੰਨੇ ਵੀ ਲੋਕ ਮੁਸਲਮਾਨ ਨੇ, ਚਾਹੇ ਉਹ ਕਿਸੇ ਵੀ ਭਾਈਚਾਰੇ ਤੋਂ, ਕਿਸੇ ਵੀ ਫਿਰਕੇ ਤੋਂ ਆਉਂਦੇ ਨੇ, ਤਾਂ ਉਹਨਾਂ ਦਾ ਕੈਨੇਡਾ ਦੀ ਤਰੱਕੀ ਤੇ ਕੈਨੇਡਾ ਦੇ ਵਿੱਚ ਖਾਸ ਯੋਗਦਾਨ ਹੈ। ਤੇ ਕੈਨੇਡਾ ਆਪਣੇ ਮੁਲਕ ਦੇ ਵਿੱਚ ਵਸਦੇ ਹਰ ਇੱਕ ਬਸ਼ਿੰਦੇ, ਚਾਹੇ ਉਹ ਕਿਸੇ ਵੀ ਫਿਰਕੇ ਦਾ, ਕਿਸੇ ਵੀ ਦੇਸ਼ ਦਾ, ਉਹਦੀ ਸੁਰੱਖਿਆ ਤੇ ਉਹਦੀ ਜਿਹੜੀ ਧਾਰਮਿਕ ਆਜ਼ਾਦੀ ਹੈ ਉਹਦੇ ਲਈ ਵਚਨਬੱਧ ਹੈ। ਤੇ ਇਸ ਕਰਕੇ ਅਸੀਂ ਅਮੀਰਾ ਅਲਗਵਾਬੀ ਨੂੰ ਇਹ ਜ਼ਿੰਮੇਵਾਰੀ ਦੇਣ ਜਾ ਰਹੇ ਹਾਂ। ਵੱਧਦੇ ਹਾਂ ਅਗਲੀ ਖਬਰ ਦੇ ਵੱਲ। ਬੈਂਕ ਆਫ ਕੈਨੇਡਾ ਦੀ ਗੱਲ ਕਰਾਂਗੇ। ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਦੇ ਵਿੱਚ ਜਿਵੇਂ ਵਾਧਾ ਕੀਤਾ, ਤਾਂ ਇਸ ਤੋਂ ਬਾਅਦ ਹੁਣ ਇਹਦੇ ਤੇ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ। ਤਾਂ ਹੁਣ ਇਸ ਵਾਧੇ ਨੂੰ ਲੈ ਕੇ ਵਿਰੋਧੀਆਂ ਦੇ ਨਿਸ਼ਾਨੇ ਤੇ ਕੈਨੇਡਾ ਸਰਕਾਰ ਆਈ ਹੈ। ਪੀਰੇ ਪੋਲੀਐਵ ਨੇ ਸਰਕਾਰ ਦੇ ਇਸ ਕਦਮ ਦੀ ਨੁਕਤਾਚੀਨੀ ਕੀਤੀ ਹੈ ਤੇ ਸਰਕਾਰ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਹੁਣ ਇੰਟਰਸਟ ਰੇਟ 4.5% ਤੇ ਪਹੁੰਚ ਗਿਆ ਤੇ ਸਾਲ 2007 ਤੋਂ ਬਾਅਦ ਇੰਟਰਸਟ ਰੇਟ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਤੇ ਪਿਛਲੇ ਜੇ ਮਾਰਚ ਮਹੀਨੇ ਦੀ ਗੱਲ ਕਰੀਏ ਤਾਂ ਇੰਟਰਸਟ ਰੇਟ ਦੇ ਵਿੱਚ ਲਗਾਤਾਰ 8 ਵਾਰ ਵਾਧਾ ਹੋ ਚੁੱਕਿਆ। ਤਾਂ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਮ ਮੈਕਕਲਮ ਉਹ ਲਗਾਤਾਰ ਇਸ ਗੱਲ ਦਾ ਬਚਾਅ ਕਰ ਰਹੇ ਨੇ। ਪੀਰੇ ਪੈਲੀਓਵ ਨੇ ਓਟਵਾ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਆਖਿਆ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਨਫਲੇਸ਼ਨਰੀ ਸੰਕਟ ਖੜਾ ਕਰ ਦਿੱਤਾ ਹੈ। ਉਹ ਇਹ ਟਿੱਪਣੀ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਕੀਤੀ ਉਹਨਾਂ ਨੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕੰਜ਼ਰਵੇਟਿਵ ਸਰਕਾਰ ਦੇਸ਼ ਦੇ ਵਿੱਚ ਅਫੋਰਡੇਬਿਲਿਟੀ ਲਿਆਵੇਗੀ ਤਾਂ ਜੋ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਇਆ ਜਾ ਸਕੇ। ਵੱਧਦੇ ਅਗਲੀ ਖਬਰ ਦੇ ਵੱਲ ਤੇ ਗੱਲ ਕਰਦੇ ਹਾਂ ਸੰਜੇ ਮਦਾਨ ਦੇ ਨਾਲ ਜੁੜੇ ਮਾਮਲੇ ਦੀ। ਕੈਨੇਡਾ ਦੇ ਵਿੱਚ ਭਾਰਤੀ ਪਰਿਵਾਰ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਨਾਟਕੀ ਮੋੜ ਆ ਗਿਆ ਜਦੋਂ ਓਨਟਾਰੀਓ ਸਰਕਾਰ ਨੇ ਅਦਾਲਤ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਕਿ ਸੰਜੇ ਮਦਾਨ ਨੇ 9 ਜਣਿਆਂ ਦੇ ਨਾਲ ਰਲ ਕੇ 7.5 ਕਰੋੜ ਡਾਲਰ ਦਾ ਇੱਕ ਹੋਰ ਘਪਲਾ ਵੀ ਕੀਤਾ। ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਪਰਿਵਾਰ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ 1 ਕਰੋੜ 10 ਲੱਖ ਡਾਲਰ ਕਢਵਾਉਣ ਦੇ ਦੋਸ਼ ਲੱਗੇ ਨੇ, ਪਰ ਹੁਣ ਕੰਪਿਊਟਰ ਠੇਕਿਆਂ ਦੇ ਵਿੱਚੋਂ ਕਮਿਸ਼ਨ ਖਾਣ ਦੇ ਵੀ ਦੋਸ਼ ਜੁੜ ਗਏ ਨੇ। ਟੋਰਾਂਟੋ ਸਟਾਰ ਦੀ ਰਿਪੋਰਟ ਦੇ ਮੁਤਾਬਕ ਓਨਟਾਰੀਓ ਸਰਕਾਰ ਨੇ ਸੰਜੇ ਮਦਾਨ ਅਤੇ 9 ਹੋਰਨਾਂ ਦੇ ਵਿਰੁੱਧ ਅਦਾਲਤ ਦੇ ਵਿੱਚ ਦਾਇਰ ਤਾਜ਼ਾ ਦਸਤਾਵੇਜ਼ਾਂ ਦੇ ਵਿੱਚ ਦੋਸ਼ ਲਾਇਆ। ਇਹਨਾਂ ਦੋਸ਼ਾਂ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਸੰਜੇ ਮਦਾਨ ਨੇ 9 ਜਣਿਆਂ ਦੇ ਨਾਲ ਰਲ ਕੇ 7.5 ਕਰੋੜ ਡਾਲਰ ਦਾ ਇੱਕ ਹੋਰ ਘਪਲਾ ਵੀ ਕੀਤਾ। ਰੁੱਖ ਕਰਦੇ ਹਾਂ ਕਿਊਬਿਕ ਦਾ। ਕਿਊਬਿਕ ਦੀ ਇੱਕ ਔਰਤ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੂੰ ਜ਼ਹਿਰ ਭੇਜਣ ਦੇ ਦੋਸ਼ ਕਬੂਲੇ ਨੇ ਅਤੇ ਇਸ ਲਈ ਇਸ ਔਰਤ ਨੂੰ 22 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਾਮਲਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜ਼ਹਿਰ ਭੇਜਣ ਦੇ ਨਾਲ ਸੰਬੰਧਿਤ ਹੈ। ਪੈਸਕਲ ਫੈਰੀਅਰ ਨਾਮ ਦੀ ਇਸ ਔਰਤ ਨੂੰ 20 ਸਤੰਬਰ 2020 ਨੂੰ
ਅਮਰੀਕਾ ਦੀ ਬਾਰਡਰ ਕ੍ਰਾਸਿੰਗ ਤੇ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੇ ਦੋਸ਼ ਲੱਗੇ ਨੇ ਕਿ ਉਸ ਨੇ ਡੋਨਾਲਡ ਟਰੰਪ ਨੂੰ ਇੱਕ ਚਿੱਠੀ ਭੇਜੀ ਸੀ ਜਿਸ ਦੇ ਵਿੱਚ ਜ਼ਹਿਰ ਸੀ। ਹਾਲਾਂਕਿ ਇਹ ਚਿੱਠੀ ਵਾਈਟ ਹਾਊਸ ਦੇ ਵਿੱਚ ਪਹੁੰਚਣ ਤੋਂ ਪਹਿਲਾਂ 18 ਸਤੰਬਰ ਨੂੰ ਇੰਟਰਸੈਪਟ ਹੋ ਗਈ ਸੀ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰਤ ਨੇ ਇਸ ਪ੍ਰਕਾਰ ਦੀਆਂ ਚਿੱਠੀਆਂ ਟੈਕਸਸ ਦੇ ਵਿੱਚ ਲਾ 8 ਲਾ ਇਨਫੋਰਸਮੈਂਟ ਅਤੇ ਕਰੈਕਸ਼ਨਸ ਅਧਿਕਾਰੀਆਂ ਨੂੰ ਵੀ ਭੇਜੀਆਂ ਸਨ, ਜੋ ਕਿ ਸਾਲ 2019 ਦੇ ਵਿੱਚ ਉਸ ਦੀ ਗ੍ਰਿਫਤਾਰੀ ਅਤੇ ਡਿਟੈਂਸ਼ਨ ਦੇ ਨਾਲ ਸੰਬੰਧਿਤ ਸਨ। ਰੁਖ ਕਰਦੇ ਹਾਂ ਅਗਲੀ ਖਬਰ ਦਾ, ਗੱਲ ਕਰਦੇ ਹਾਂ ਵਿਦਿਆਰਥੀ ਲੋਨਸ ਦੀ। ਵਿਦਿਆਰਥੀ ਕੈਨੇਡਾ ਦੇ ਵਿੱਚ ਜਿੰਨੇ ਵੀ ਆਉਂਦੇ ਨੇ ਤਾਂ ਉਹ ਸਟੂਡੈਂਟ ਲੋਨਸ ਦੇ ਉੱਪਰ ਹੀ ਨਿਰਭਰ ਕਰਦੇ ਨੇ, ਜੋ ਉਹਨਾਂ ਦੀਆਂ ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਭਾਰੀਆਂ ਟਿਊਸ਼ਨ ਫੀਸਾਂ ਅਤੇ ਹੋਰ ਖਰਚਿਆਂ ਨੂੰ ਪੂਰਾ ਕਰਨ ਦੇ ਵਿੱਚ ਸਹਾਈ ਹੁੰਦਾ ਹੈ। ਪੜ੍ਹਾਈ ਖਤਮ ਕਰਨ ਤੋਂ ਬਾਅਦ ਕੈਨੇਡਾ ਦੀ ਵਰਕਫੋਰਸ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਇਹ ਕਰਜ਼ੇ ਵਾਪਸ ਕਰਨ ਦਾ ਫਿਕਰ ਹੁੰਦਾ ਹੈ। ਕੈਨੇਡਾ ਦੀ ਫੈਡਰਲ ਸਰਕਾਰ ਇਹ ਮਹਿਸੂਸ ਕਰਦੀ ਹੈ ਕਿ ਵਿਦਿਆਰਥੀਆਂ ਦੇ ਸਕੂਲੀ ਜੀਵਨ ਤੋਂ ਬਾਅਦ ਉਹਨਾਂ ਦੇ ਨੌਕਰੀਆਂ ਵਿੱਚ ਆਉਣ ਤੱਕ ਦੇ ਸਮੇਂ ਨੂੰ ਸੁਖਾਲਾ ਬਣਾਇਆ ਜਾਵੇ ਅਤੇ ਇਹ ਉਹਨਾਂ ਦੇ ਲਈ ਕਸ਼ਟਦਾਇਕ ਨਾ ਹੋਵੇ। ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਸਟੂਡੈਂਟ ਲੋਨ ਦੇ ਵਿਆਜ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਮੌਜੂਦਾ ਅਤੇ ਨਵੇਂ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਉਹ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਉੱਪਰ ਧਿਆਨ ਦੇ ਸਕਣਗੇ। ਉਹਨਾਂ ਨੇ ਕਿਹਾ ਕਿ ਸਾਲ 2019 ਦੇ ਵਿੱਚ ਜਦੋਂ ਵਿਆਜ ਦੇ ਵਿੱਚ ਬੈਂਕ ਕਰਜ਼ਿਆਂ ਦੇ ਵਿਆਜ ਦੇ ਵਿੱਚ ਇਤਿਹਾਸਿਕ ਕਮੀ ਦਰਜ ਕੀਤੀ ਗਈ ਸੀ, ਉਦੋਂ ਫੈਡਰਲ ਸਰਕਾਰ ਵੱਲੋਂ ਸਟੂਡੈਂਟ ਲੋਨਸ ਦੀ ਦਰ ਪ੍ਰਾਈਮ ਰੇਟ ਦੇ ਬਰਾਬਰ ਕਰਕੇ ਇਸ ਨੂੰ ਵਿਦਿਆਰਥੀਆਂ ਲਈ ਆਸਾਨੀ ਦੇ ਨਾਲ ਉਪਲਬਧ ਹੋਣ ਵਾਲਾ ਦੱਸਿਆ। ਸਾਲ 2020 ਦੇ ਵਿੱਚ ਜਦੋਂ ਕੋਵਿਡ-19 ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਤਾਂ ਵਿਦਿਆਰਥੀਆਂ ਅਤੇ ਨੌਜਵਾਨ ਵੀ ਉਸ ਸਮੇਂ ਨੌਕਰੀਆਂ ਤੋਂ ਵਿਰਵੇ ਹੋਣ ਵਾਲਿਆਂ ਦੇ ਵਿੱਚ ਸ਼ਾਮਲ ਸਨ। ਉਹਨਾਂ ਦੀ ਸਹਾਇਤਾ ਕਰਨ ਦੇ ਲਈ ਸਰਕਾਰ ਵੱਲੋਂ ਵਿਦਿਆਰਥੀ ਕਰਜ਼ਿਆਂ ਦੇ ਵਿਆਜ ਨੂੰ 2 ਸਾਲਾਂ ਦੇ ਲਈ ਮੁਲਤਵੀ ਕੀਤਾ ਗਿਆ ਸੀ, ਜਿਸ ਦੇ ਨਾਲ ਉਹਨਾਂ ਨੂੰ ਕਾਫੀ ਰਾਹਤ ਮਿਲੀ ਸੀ। ਵਿਦਿਆਰਥੀਆਂ ਨੂੰ ਮਿਲਣ ਵਾਲੀ ਇਹ ਸਹੂਲਤ 31 ਮਾਰਚ 2023 ਨੂੰ ਸਮਾਪਤ ਹੋ ਜਾਣੀ ਸੀ, ਪਰ ਹੁਣ ਫੈਡਰਲ ਵਿਦਿਆਰਥੀ ਕਰਜ਼ੇ ਦਾ ਇਹ ਵਿਆਜ ਪੱਕੇ ਤੌਰ ਤੇ ਖਤਮ ਕਰ ਦਿੱਤਾ ਗਿਆ। ਵਧ ਰਹੀ ਮਹਿੰਗਾਈ ਦੇ ਦੌਰਾਨ ਜੀਵਨ ਪੱਧਰ ਨੂੰ ਸਾਵਾਂ ਰੱਖਣ ਦੇ ਲਈ ਫੈਡਰਲ ਸਰਕਾਰ ਨਵੇਂ ਗ੍ਰੈਜੂਏਟਾਂ ਲਈ ਕਈ ਪੱਕੇ ਕਦਮ ਉਠਾ ਰਹੀ ਹੈ, ਜਿਸ ਦੇ ਨਾਲ ਉਹਨਾਂ ਦੇ ਸਟੂਡੈਂਟ ਲੋਨਸ ਦਾ ਬੋਝ ਹਲਕਾ ਕੀਤਾ ਜਾ ਸਕੇ ਅਤੇ ਉਹ ਕੈਨੇਡਾ ਦੇ ਭਵਿੱਖ ਨੂੰ ਸਵਾਰਨ ਦੇ ਵਿੱਚ ਆਪਣਾ ਬਣਦਾ ਸਾਰਥਿਕ ਯੋਗਦਾਨ ਪਾ ਸਕਣ। ਵਿਦਿਆਰਥੀਆਂ ਦੇ ਲਈ ਇਹਨਾਂ ਸਹੂਲਤਾਂ ਦੇ ਵਿੱਚ ਜਿਹੜੇ ਲੋਕ ਸ਼ਾਮਲ ਨੇ ਉਹਨਾਂ ਦੇ ਬਾਰੇ ਦੱਸ ਦਿੰਦੇ ਹਾਂ। ਕੈਨੇਡਾ ਸਟੂਡੈਂਟ ਲੋਨ ਅਤੇ ਕੈਨੇਡਾ ਅਪ੍ਰੈਂਟਿਸਸ਼ਿਪ ਲੋਨ ਪੱਕੇ ਤੌਰ ਤੇ ਵਿਆਜ ਰਹਿਤ ਹੋਣਗੇ ਅਤੇ ਇਹਨਾਂ ਦੇ ਵਿੱਚ 1 ਅਪ੍ਰੈਲ 2023 ਤੋਂ ਸ਼ੁਰੂ ਹੋਣ ਵਾਲੇ ਮੋੜਨਯੋਗ ਕਰਜ਼ੇ ਵੀ ਸ਼ਾਮਲ ਹੋਣਗੇ। ਵਿਆਜ ਰਹਿਤ ਇਹਨਾਂ ਕਰਜ਼ਿਆਂ ਦੇ ਨਾਲ ਵਿਦਿਆਰਥੀਆਂ ਨੂੰ ਔਸਤਨ $410 ਸਾਲਾਨਾ ਦੀ ਬਚਤ ਹੋਵੇਗੀ। ਨਵੇਂ ਗ੍ਰੈਜੂਏਟ ਅਤੇ ਅਜੇ ਵੀ ਰੀਪੇਮੈਂਟ ਅਸਿਸਟੈਂਟ ਪਲਾਨ ਦੀ ਸਹੂਲਤ ਦਾ ਲਾਭ ਲੈ ਸਕਦੇ ਨੇ, ਜਿਸ ਦੇ ਨਾਲ ਉਹ $40,000 ਸਾਲਾਨਾ ਕਮਾਉਣ ਦੇ ਯੋਗ ਹੋਣ ਤੱਕ ਆਪਣੇ ਸਟੂਡੈਂਟ ਲੋਨ ਨੂੰ ਮੋੜਨ ਦੇ ਲਈ ਮੁਲਤਵੀ ਰੱਖਣ ਦੀ ਆਗਿਆ ਦਿੰਦਾ ਹੈ। ਸੋ ਇਹ ਜਿਹੜੇ ਸਟੂਡੈਂਟ ਲੋਨਸ ਨੇ ਇਹਨਾਂ ਦਾ ਵਿਦਿਆਰਥੀ ਲਾਭ ਲੈ ਸਕਦੇ ਨੇ ਤੇ ਹੁਣ ਸਟੂਡੈਂਟ ਲੋਨ ਨੂੰ ਪੱਕੇ ਤੌਰ ਤੇ ਕਰਜ਼ਾ ਰਹਿਤ ਕਰਨ ਤੋਂ ਬਾਅਦ ਫੈਡਰਲ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਤੇ ਸੋਨੀਆ ਸਿੱਧੂ ਕਹਿੰਦੇ ਨੇ ਕਿ ਬਰੈਂਪਟਨ ਅਤੇ ਸਮੁੱਚੇ ਕੈਨੇਡਾ ਦੇ ਵਿਦਿਆਰਥੀਆਂ ਨੂੰ ਵਿਦਿਆਰਥੀ ਕਰਜ਼ੇ ਮੋੜਨ ਦੇ ਵਿੱਚ ਅਤੇ ਭਵਿੱਖ ਦੇ ਵਿੱਚ ਆਪਣੇ ਜੀਵਨ ਨੂੰ ਸਾਰਥਿਕ ਸੇਧ ਦੇਣ ਦੇ ਵਿੱਚ ਇਹਦੇ ਨਾਲ ਮਦਦ ਮਿਲੂਗੀ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਧਿਕਾਰੀਆਂ ਨੂੰ 25 ਸੜਕ ਹਾਦਸਿਆਂ ਦੀਆਂ ਰਿਪੋਰਟਾਂ ਮਿਲੀਆਂ ਨੇ। ਬਰਫੀਲੇ ਤੂਫਾਨ ਤੋਂ ਬਾਅਦ ਸੜਕਾਂ ਉੱਤੇ ਤਿਲਕਣ ਵਧਣ ਕਰਕੇ ਜੀਟੀਏ ਦੇ ਡਰਾਈਵਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਬਹੁਤ ਵੱਡੇ ਰੂਟਾਂ ਤੋਂ ਬਰਫ਼ ਹਟਾਉਣ ਦਾ ਕੰਮ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ ਤੇ ਰੀਜਨ ਦੇ ਲਈ ਬਰਫ਼ਬਾਰੀ ਸੰਬੰਧੀ ਚੇਤਾਵਨੀ ਵੀ ਖਤਮ ਕਰ ਦਿੱਤੀ ਗਈ ਹੈ, ਪਰ ਅਜੇ ਵੀ ਆਵਾਜਾਈ ਦੇ ਵਿੱਚ ਵਿਘਨ ਪੈ ਰਿਹਾ ਹੈ। ਮਿਸੀਸਾਗਾ ਦੇ ਵਿੱਚ ਹਾਈਵੇ 401 ਰੈਂਪ ਤੋਂ ਡਿਕਸੀ ਰੋਡ ਤੱਕ ਦੀਆਂ 6 ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਹਨਾਂ ਗੱਡੀਆਂ ਨੂੰ ਹਟਾਉਣ ਦੇ ਲਈ ਕਈ ਲੇਨਜ਼ ਨੂੰ ਬੰਦ ਕਰਨਾ ਪਿਆ। ਇਸੇ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਓਪੀਪੀ ਸਾਰਜੈਂਟ ਕੈਰੀ ਸ਼ਮਿਟ ਨੇ ਦੱਸਿਆ ਕਿ ਅਜੇ ਵੀ ਸੜਕਾਂ ਉੱਤੇ ਬਰਫ਼ ਅਤੇ ਚਿੱਕੜ ਬਣਿਆ ਹੋਇਆ ਹੈ। ਸੜਕਾਂ ਅਜੇ ਵੀ ਗਿੱਲੀਆਂ ਨੇ ਤੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੇ ਵਿੱਚ 300 ਤੋਂ ਵੱਧ ਗੱਡੀਆਂ ਹਾਦਸਾਗ੍ਰਸਤ ਹੋਈਆਂ ਨੇ। ਬਰਫੀਲੇ ਤੂਫਾਨ ਤੋਂ ਬਾਅਦ ਹੁਣ ਭਾਵੇਂ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ, ਪਰ ਜੀਟੀਏ ਦੇ ਬਹੁਤੇ ਪਬਲਿਕ ਅਤੇ ਕੈਥੋਲਿਕ ਸਕੂਲਾਂ ਵੱਲੋਂ ਸਕੂਲ ਬੱਸਾਂ ਰੱਦ ਕਰ ਦਿੱਤੀਆਂ ਗਈਆਂ ਨੇ। ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ, ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਅਤੇ ਕਈ ਹੋਰ ਸਕੂਲਾਂ ਨੇ ਬੱਸਾਂ ਰੱਦ ਕੀਤੀਆਂ, ਪਰ ਸਕੂਲ ਖੁੱਲ੍ਹੇ ਰਹਿਣਗੇ। ਹੈਮਿਲਟਨ ਵੈਂਟਵਰਥ ਡਿਸਟ੍ਰਿਕਟ ਸਕੂਲ ਬੋਰਡ ਅਤੇ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਖਰਾਬ ਮੌਸਮ ਕਰਕੇ ਹੈਮਿਲਟਨ ਦੇ ਪਬਲਿਕ ਸਕੂਲ ਬੰਦ ਰਹਿਣਗੇ, ਹਾਲਾਂਕਿ ਸਿਟੀ ਦੇ ਕੈਥੋਲਿਕ ਸਕੂਲ ਖੁੱਲ੍ਹੇ ਰਹਿਣਗੇ।
ontario ਦੇ ਵਿੱਚ 14 ਸੈਂਟੀਮੀਟਰ ਤੱਕ ਜਿਹੜੀ ਬਰਫ਼ਬਾਰੀ ਹੋਈ ਹੈ। ਉਸ ਤੋਂ ਬਾਅਦ ਵੀ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਕਈ ਹਿੱਸਿਆਂ ਦੇ ਵਿੱਚ ਬਰਫ਼ ਦੀ ਚੇਤਾਵਨੀ ਅਜੇ ਵੀ ਜਾਰੀ ਹੈ। ਐਨਵਾਇਰਨਮੈਂਟ ਕੈਨੇਡਾ ਵੱਲੋਂ ਆਖਿਆ ਗਿਆ ਹੈ ਕਿ ਟੋਰਾਂਟੋ ਅਤੇ ਸਿਟੀ ਦੇ ਪੱਛਮੀ ਇਲਾਕਿਆਂ ਤੋਂ ਬਰਫ਼ਬਾਰੀ ਸੰਬੰਧੀ ਚੇਤਾਵਨੀ ਹਟਾ ਲਈ ਗਈ ਹੈ, ਪਰ ਕਈ ਸੜਕਾਂ ਉੱਤੇ ਅਜੇ ਵੀ ਬਰਫ਼ਬਾਰੀ ਤੋਂ ਬਾਅਦ ਤਿਲਕਣ ਬਣੀ ਹੋਈ ਹੈ ਤੇ ਸੜਕਾਂ ਨੂੰ ਸਾਫ਼ ਕਰਨ ਦਾ ਕੰਮ ਜਾਰੀ ਹੈ। ਜੀਟੀਏ ਦੇ ਪੂਰਬ ਵੱਲ ਕਈ ਇਲਾਕਿਆਂ ਦੇ ਵਿੱਚ ਅਜੇ ਵੀ ਬਰਫ਼ਬਾਰੀ ਸੰਬੰਧੀ ਚੇਤਾਵਨੀ ਜਾਰੀ ਹੈ। ਗੱਲ ਕਰਦੇ ਹਾਂ ਪਾਸਪੋਰਟ ਅਰਜ਼ੀਆਂ ਦੀ। ਪਾਸਪੋਰਟ ਅਰਜ਼ੀਆਂ ਦਾ ਵੱਡਾ ਬੈਕਲੌਗ ਖਤਮ ਹੋਣ ਦਾ ਦਾਅਵਾ ਕਰਦਿਆਂ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਸਰਵਿਸ ਕੈਨੇਡਾ ਕੋਲ ਲਟਕ ਰਹੀਆਂ 98% ਦੀ ਅਰਜ਼ੀਆਂ ਦਾ ਨਿਪਟਾਰਾ ਹੋ ਚੁੱਕਿਆ ਹੈ ਅਤੇ ਕੁਝ ਲੋਕ ਜੋ ਹੁਣ ਵੀ ਉਡੀਕ ਕਰ ਰਹੇ ਨੇ ਉਹਨਾਂ ਦੇ ਆਪੋ ਆਪਣੇ ਮਸਲੇ ਹੋ ਸਕਦੇ ਨੇ। ਹੈਮਿਲਟਨ ਦੇ ਵਿੱਚ ਕੈਬਨਿਟ ਮੰਤਰੀਆਂ ਦੀ ਬੈਠਕ ਦੇ ਦੌਰਾਨ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੂਲਡ ਨੇ ਆਖਿਆ ਕਿ ਕੈਨੇਡਾ ਵਾਸੀ ਹੁਣ ਯਕੀਨ ਕਰ ਸਕਦੇ ਨੇ ਕਿ ਉਹਨਾਂ ਨੂੰ ਸਮੇਂ ਤੇ ਪਾਸਪੋਰਟ ਮਿਲ ਜਾਵੇਗਾ, ਬਸ਼ਰਤੇ ਅਰਜ਼ੀ ਦੇ ਵਿੱਚ ਕੋਈ ਤਰੁੱਟੀ ਨਾ ਹੋਵੇ। ਤੇ ਗੱਲ ਕਰੀਏ ਜਾਂਦੇ ਜਾਂਦੇ ਵੈਨਕੂਵਰ ਦੀ। ਮੈਟਰੋ ਵੈਨਕੂਵਰ ਸਭ ਤੋਂ ਮਹਿੰਗੀਆਂ ਯੂਨਿਟ ਵਾਲੀਆਂ ਨਗਰ ਪਾਲਿਕਾਵਾਂ ਦੀ ਸੂਚੀ ਦੇ ਵਿੱਚ ਸਿਖਰਾਂ ਤੇ ਹੈ, ਜਦਕਿ ਵਿਕਟੋਰੀਆ 3 ਅਤੇ ਕਲੋਨਾ ਚੌਥੇ ਰੈਂਕ ਤੇ ਹੈ। ਮੈਟਰੋ ਵੈਨਕੂਵਰ ਦੇ ਵਿੱਚ 2 ਬੈੱਡਰੂਮ ਅਪਾਰਟਮੈਂਟ ਦਾ ਔਸਤ ਕਿਰਾਇਆ $2000 ਦਰਜ ਕੀਤਾ ਗਿਆ। ਇਹਦੇ ਨਾਲ ਹੀ ਹੁਣ ਦੇਸ਼ ਦੇ ਵਿੱਚ ਸਭ ਤੋਂ ਉੱਚੇ ਰਿਹਾਇਸ਼ੀ ਕਿਰਾਏ BC ਦੇ ਵਿੱਚ ਦਰਜ ਕੀਤੇ ਗਏ ਨੇ ਤੇ ਮੈਟਰੋ ਵੈਨਕੂਵਰ ਸਭ ਤੋਂ ਮਹਿੰਗੀਆਂ ਯੂਨਿਟ ਵਾਲੀਆਂ ਨਗਰ ਪਾਲਿਕਾਵਾਂ ਦੀ ਸੂਚੀ ਦੇ ਵਿੱਚ ਇਸ ਵੇਲੇ ਸਿਖਰਾਂ ਤੇ ਹੈ। ਸੋ ਇਸ ਦੇ ਨਾਲ ਹੀ ਅਪਡੇਟ ਕੈਨੇਡਾ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ, ਸਮਾਂ ਇਜਾਜ਼ਤ ਨਹੀਂ ਦਿੰਦਾ। ਇਜਾਜ਼ਤ ਦਿਓ ਮੈਨੂੰ ਪ੍ਰਵੀਨ ਸ਼ਰਮਾ ਨੂੰ। ਇੱਥੇ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।